ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਸਭ ਕੁਝ ਪਰਦੇ ਤੇ ਨਹੀਂ ਹੁੰਦਾ, ਬਹੁਤ ਕੁਝ ਲੁਕਵਾਂ ਹੁੰਦਾ ਹੈ। ਉਹਨੂੰ ਸਮਝਣ ਦਾ ਯਤਨ ਕਰਨਾ ਪੈਂਦਾ ਹੈ। ਅੱਜ ਤਿੰਨ ਖਬਰਾਂ ਨੇ, ਤਿੰਨਾਂ ਦੇ ਨਾਲ ਨਾਲ ਕੁਝ ਪਰਦੇਦਾਰੀਆਂ ਨੇ, ਉਹਨਾਂ ਦਾ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਤ ਦੇ ਜਸ਼ਨ ਐਲਾਨ ਤੇ ਗਏ ਆ। ਉਹ 11 ਨੂੰ ਆਉਣਗੇ, 13 ਨੂੰ ਦਰਬਾਰ ਸਾਹਿਬ ਸ਼ੁਕਰਾਨੇ ਲਈ ਜਾਣਗੇ, 15 ਨੂੰ ਇਕੱਠ ਕਰਕੇ ਆਪਣੇ ਮੋਰਚੇ ਦਾ ਫਿਰ ਇੱਕ ਐਲਾਨ ਕਰਨਗੇ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਲੋਕਾਂ ਦੇ ਧੰਨਵਾਦ ਲਈ ਹੋਊਗਾ ਔਰ ਉਸ ਇਕੱਠ ਦੇ ਵਿੱਚ ਪੰਜਾਬ ਦੀ ਰਾਜਨੀਤੀ ਇੱਕ ਵੱਖਰੀ ਦਿਸ਼ਾ 'ਚ ਵੱਧ ਸਕਦੀ ਆ। ਇਹ ਕਨਸੋਆਂ ਨੇ। ਰਾਜੇਵਾਲ ਸਾਹਿਬ ਦੇ ਅੱਜ ਦੇ ਭਾਸ਼ਣ ਦੇ ਸਾਰ ਅੰਸ਼ ਨੂੰ ਦੇਖਣਾ ਹੋਵੇ, ਉਹ ਸਿਆਸੀ ਪਾਰਟੀਆਂ ਨਾਲੋਂ ਵਿੱਥ ਬਣਾ ਕੇ ਚੱਲਦੇ ਆ, ਲੇਕਿਨ ਉਹ ਨਾਲ ਦੀ ਨਾਲ ਪੰਜਾਬ ਨੂੰ ਕਲਾਵੇ 'ਚ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਜਿੱਤ ਦੇ ਜਸ਼ਨਾਂ ਦੇ ਨਾਲ ਨਾਲ ਪੰਜਾਬ ਲਈ ਕੁਝ ਫੈਸਲਾਕੁੰਨ ਵੀ ਹੋ ਸਕਦਾ ਹੈ ਔਰ ਉਹ 15 ਤਰੀਕ ਨੂੰ ਤੈਅ ਹੋ ਜਾਊਗਾ। ਪਹਿਲਾਂ ਤਾਂ ਇਹ ਵੀ ਤੈਅ ਹੋ ਜਾਊਗਾ ਕਿ ਇਹ ਕਿੱਡੇ ਵੱਡੇ ਮਾਰਚ ਦੇ ਰੂਪ ਦੇ ਵਿੱਚ ਆਉਂਦੇ ਆ ਔਰ 13 ਤਰੀਕ ਨੂੰ ਵੱਖ-ਵੱਖ ਪਾਸਿਆਂ ਤੋਂ ਜਦੋਂ ਆਉਣਾ ਹੈ ਤਾਂ ਪੰਜਾਬ ਦਾ ਦ੍ਰਿਸ਼ ਕੁਝ ਵੱਖਰਾ ਹੀ ਹੋਊਗਾ। ਖੈਰ, ਲੋਕ ਉਡੀਕਦੇ ਆ ਕਿ ਕੋਈ ਧਿਰ ਐਸੀ ਵੀ ਹੋਵੇ ਜਿਹੜੀ ਧਿਰ ਅਜੇ ਤੱਕ ਖੁਦਗਰਜ਼ੀਆਂ ਤੋਂ ਬਚੀ ਹੋਵੇ। ਦੂਜਾ ਅਹਿਮ ਸਵਾਲ ਆ ਕਿ ਚਲੋ ਤੁਸੀਂ ਮੁੱਖ ਮੰਤਰੀ ਨੂੰ ਐਲਾਨਜੀਤ ਸਿੰਘ ਹੀ ਕਹਿ ਲਓ, ਤੁਹਾਡੀ ਮਰਜ਼ੀ, ਜਿਹੜਾ ਜੋ ਚਾਹੇ ਉਹ ਕਹਿ ਸਕਦਾ, ਬੋਲਣ ਦੀ ਆਜ਼ਾਦੀ ਆ। ਪਰ ਮੈਨੂੰ ਇੱਕ ਚੀਜ਼ ਉਹਨਾਂ ਦੀ ਅੱਛੀ ਲੱਗੀ, ਜਦੋਂ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੀਂ ਹੱਥ ਲਾਉਂਦੇ ਆ ਤਾਂ ਇੱਕ ਤਖਤ ਦਾ ਸਨਮਾਨ ਕਰ ਰਿਹਾ ਇੱਕ ਸਿੱਖ ਮੁੱਖ ਮੰਤਰੀ ਹੁੰਦਿਆਂ। ਮੈਨੂੰ ਉਹ ਦੌਰ ਯਾਦ ਆਉਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਭਾਵੇਂ ਇੱਕ ਗੁਨਾਹ ਕਰਕੇ ਹੀ ਤਖਤ ਤੇ ਆਏ ਸੀ, ਲੇਕਿਨ ਤਖਤ ਨੂੰ ਸੁਪਰੀਮ ਮੰਨ ਕੇ ਉਸ ਸਲਤਨਤ, ਜਿਸ ਸਲਤਨਤ 'ਚ ਕੋਈ ਰਾਜਾ ਜਾਂ ਕੋਈ ਬਾਦਸ਼ਾਹ ਕਿਸੇ ਨੂੰ ਨਹੀਂ ਸੀ ਮੰਨਦਾ, ਉਦੋਂ ਇੱਕ ਸਿੱਖ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ ਤਖਤ ਦੀ ਗਰਿਮਾ ਨੂੰ ਬਹੁਤ ਉੱਚਾ ਕੀਤਾ ਸੀ। ਔਰ ਇਸ ਵਾਰੀ ਚਰਨਜੀਤ ਸਿੰਘ ਚੰਨੀ ਨੇ ਜਥੇਦਾਰ ਦੇ ਪੈਰੀਂ ਹੱਥ ਲਾ ਕੇ ਇੱਕ ਨਿਮਰਤਾ, ਨਿਰਮਾਣਤਾ ਦਾ ਮੁਜ਼ਾਹਰਾ ਕੀਤਾ ਹੈ। ਹੁਣ ਇੱਕ ਅਹਿਮ ਸਵਾਲ ਆ ਕਿ ਜਥੇਦਾਰ ਸਾਹਿਬ ਉਸ ਸਿੱਖ ਮੁੱਖ ਮੰਤਰੀ ਦੇ ਦੋ ਬੋਲ ਕਿ ਗੁਰਬਾਣੀ ਪ੍ਰਸਾਰਨ ਹਰ ਸਿੱਖ ਤੱਕ ਪਹੁੰਚੇ, ਇਸ ਕਰਕੇ ਹਰ ਚੈਨਲ ਨੂੰ ਜਾਰੀ ਕਰਨ ਲਈ ਪ੍ਰਸਾਰਨ ਦੇ ਹੱਕ ਤੁਸੀਂ ਆਦੇਸ਼ ਦਿਓ ਸ਼੍ਰੋਮਣੀ ਕਮੇਟੀ ਨੂੰ। ਹੁਣ ਇੱਕ ਨੇ ਹੱਕ ਅਦਾ ਕਰਤਾ, ਤਖਤ ਦੀ ਮਰਿਆਦਾ ਨੂੰ ਬਿਲਕੁਲ ਉਵੇਂ ਹੀ ਲਿਆ ਜਿਵੇਂ ਲੈਣਾ ਚਾਹੀਦਾ ਸੀ। ਹੁਣ ਤਖਤ ਦੇ ਸੁਪਰੀਮੋ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਇਹ ਕਹਿਣਗੇ ਕਿ ਤੁਸੀਂ ਪ੍ਰਸਾਰਨ ਦੇ ਹੱਕ ਖੁੱਲੇ ਕਰ ਦਿਓ ਜਾਂ ਇਹਦੇ ਤੇ ਕਿਸੇ ਦੀ ਪਾਬੰਦੀ ਜਾਂ ਇਜਾਰੇਦਾਰੀ ਨਾ ਹੋਵੇ। ਤੇ ਤੀਜਾ ਸਵਾਲ, ਸ਼੍ਰੋਮਣੀ ਅਕਾਲੀ ਦਲ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਸਾਬਕਾ ਕਨਵੀਨਰ ਆਮ ਆਦਮੀ ਪਾਰਟੀ, ਸਾਬਕਾ ਵਜ਼ੀਰ, ਜਿਹੜੇ ਅੱਜ ਕੱਲ ਕੋਈ ਬਹੁਤੇ ਪ੍ਰਸੰਗਕ ਨਹੀਂ ਸੀ ਰਹੇ ਰਾਜਨੀਤੀ 'ਚ, ਉਹਨਾਂ ਨੂੰ ਲਿਆਉਂਦਾ ਆਪਣਾ ਮੋਰਾਲ ਚੱਕਣ ਲਈ, ਇੱਕ ਈਵੈਂਟ ਬਣਾਉਣ ਲਈ, ਇੱਕ ਲਹਿਰ ਪੈਦਾ ਕਰਨ ਲਈ ਕਿ ਲੋਕ ਸਾਡੇ ਨਾਲ ਨੇ। ਬਟਾਲੇ ਤੋਂ ਟਿਕਟ ਐਲਾਨ ਦਿੰਦਾ ਹੈ। ਇਸੇ ਸਮੇਂ ਹੀ ਬਹੁਤ ਸਾਰੇ ਚੈਨਲਾਂ ਤੇ ਖਬਰ ਚੱਲ ਰਹੀ ਹੈ ਕਿ ਚਰਨਜੀਤ ਸਿੰਘ ਅਟਵਾਲ ਬੀਜੇਪੀ 'ਚ ਸ਼ਾਮਲ ਹੋ ਰਹੇ ਆ। ਕੁਝ ਖਬਰਾਂ ਤਾਂ ਐਸੀਆਂ ਕਿ ਉਹਨਾਂ ਦੀ ਗੱਲ ਮੁੱਕ ਗਈ ਜਾਂ ਸ਼ਾਮਲ ਹੋ ਗਏ, ਲੇਕਿਨ ਅਜੇ ਤੱਕ ਐਸੀ ਕੋਈ ਫੋਟੋ ਜਾਰੀ ਨਹੀਂ ਹੋਈ। ਇੱਕ ਹੋਰ ਸਵਾਲ ਆ ਕਿ ਛੋਟੇਪੁਰ, ਸੁੱਚਾ ਸਿੰਘ ਛੋਟੇਪੁਰ ਜਦੋਂ ਸ਼ਾਮਲ ਹੋਏ ਆ, ਉਸੇ ਵੇਲੇ ਇੱਕ ਸਾਬਕਾ ਵਜ਼ੀਰ ਕੈਪਟਨ ਬਲਬੀਰ ਸਿੰਘ ਬਾਠ, ਜਿਹੜੇ ਬਾਦਲ ਪਰਿਵਾਰ ਦੇ ਬੜੇ ਵਫਾਦਾਰ ਰਹੇ ਆ, ਜਿਹੜੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਟ ਰਿਜ਼ਰਵ ਹੋਣ ਕਾਰਨ ਵਿਹਲੇ ਹੋ ਗਏ, ਉਹਨਾਂ ਨੇ ਬਟਾਲੇ ਤੇ ਹੱਕ ਜਤਾਇਆ ਸੀ ਆਪਣੇ ਜਾਂ ਆਪਣੇ ਬੇਟੇ ਲਈ। ਉਹਨਾਂ ਦੀ ਵੀ ਨਾਰਾਜ਼ਗੀ ਦੀ ਕਨਸੋ ਹੈ ਕਿ ਮੈਂ ਇੱਥੇ ਬੈਠਾ ਸੀ, ਮੈਨੂੰ ਦਰਕਨਾਰ ਕਰਤਾ ਗਿਆ। ਇਸੇ ਤਰੀਕੇ ਨਾਲ ਇੱਕ ਜਿਹੜੇ ਸਾਬਕਾ ਯੂਥ ਦੇ ਪ੍ਰਧਾਨ ਵਾਲਾ ਔਰ ਉਸ ਤੋਂ ਇਲਾਵਾ 3-4 ਹੋਰ ਲੋਕ, ਸੁੱਚਾ ਸਿੰਘ ਛੋਟੇਪੁਰ ਲਈ ਔਖਾ ਹੋਣ ਵਾਲਾ ਸਫ਼ਰ, ਲੇਕਿਨ ਅਕਾਲੀ ਦਲ ਲਈ ਜਿਹੜਾ ਹੁਣ ਇਸ ਵੇਲੇ ਵੱਡਾ ਝਟਕਾ ਚਰਨਜੀਤ ਸਿੰਘ ਅਟਵਾਲ ਦੇ ਰੂਪ 'ਚ, ਜਦੋਂ ਅਕਾਲੀ ਦਲ ਭਾਸਕਰ ਸਾਹਿਬ ਸਾਂਝ ਪਾ ਰਿਹਾ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਲੈਣ ਲਈ ਬਸਪਾ ਨਾਲ, ਉਸੇ ਵੇਲੇ ਉਹਨਾਂ ਦੇ ਹੈਵੀ ਵੇਟ ਆਗੂ ਜੇ ਛੱਡ ਕੇ ਚਲੇ ਜਾਣਗੇ, ਅਸਰ ਪੋਜ਼ਿਟਿਵ ਹੋਣ ਦੀ ਬਜਾਏ ਅਸਰ ਨਕਾਰਾਤਮਕ ਹੋਊਗਾ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਸ ਸੰਕੇਤਕ ਗੱਲ ਤੋਂ ਕਿ ਸਿੰਘ ਸਾਹਿਬ ਦੇ ਪੈਰੀਂ ਹੱਥ ਲਾ ਕੇ ਇੱਕ ਸਿੱਖ ਮੁੱਖ ਮੰਤਰੀ ਨੇ ਤਖਤ ਦੀ ਮਰਿਆਦਾ ਤੇ ਗਰਮਾ ਨੂੰ ਅਸਮਾਨ ਜਿੱਡਾ ਦੇਖਿਆ। ਇਤਿਹਾਸ ਤੋਂ ਸਿੱਧਤ ਹੈ ਸਾਰੀਆਂ ਚੀਜ਼ਾਂ। ਹੁਣ ਜਥੇਦਾਰ ਸਾਹਿਬ ਕਿੰਨਾ ਕੁ ਹੰਗਾਰਾ ਭਰਨਗੇ, ਪਰ ਗੱਲ ਕਰਨ ਲੱਗਿਆ ਕਾਈਂਡਲੀ ਮਰਿਆਦਾ ਦਾ ਧਿਆਨ ਰੱਖਿਓ,
ਕਿਉਂਕਿ ਅਸੀਂ ਜਥੇਦਾਰ ਸਾਹਿਬ ਦੇ ਮਾਮਲੇ 'ਚ, ਤਖਤ ਸਾਹਿਬ ਦੇ ਮਾਮਲੇ 'ਚ ਬੋਲਣ ਦੇ ਸਮਰੱਥ ਨਹੀਂ, ਫਿਰ ਵੀ ਮੁੱਦੇ ਨੂੰ ਲੈ ਰਹੇ ਆ। ਤੇ ਜਰਾ ਮਰਿਆਦਾ ਭਾਸ਼ਾ ਦੀ ਔਰ ਬਾਕੀ ਚੀਜ਼ਾਂ ਨੂੰ ਧਿਆਨ 'ਚ ਰੱਖਿਓ। ਵੈਸੇ ਤੁਸੀਂ ਮੇਰੇ ਨਾਲ ਸਿਆਣੇ। ਬਾਕੀ ਰੰਧਾਵਾ ਜੀ, ਤੁਸੀਂ ਮੈਨੂੰ ਪਹਿਲੇ ਹੀ ਅਲਰਟ ਤੇ ਲਾ ਦਿੰਦੇ ਹੋ, ਔਰ ਮੈਨੂੰ ਜਥੇਦਾਰ ਸਾਹਿਬ ਦੀ ਔਰ ਸਾਹਿਬ ਦੀ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਮਰਿਆਦਾ ਹੁੰਦੀ ਹੈ ਉਹਦਾ ਪੂਰਾ ਇਲਮ ਹੈ ਜੀ। ਉਸ ਨਾਤੇ ਮੈਂ ਕਹਿ ਰਿਹਾ ਕਿ ਜਦ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੱਲ ਮਿਲਦੇ ਨੇ ਤੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ, ਉਹ ਦੇਖਣ ਵਿੱਚ ਬੜਾ ਵਧੀਆ ਲੱਗਦਾ ਹੈ। ਔਰ ਲੱਗਦਾ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਅਕਾਲ ਤਖਤ ਦੇ ਜਥੇਦਾਰ ਦੇ ਪੈਰੀ ਹੱਥ ਲਾਉਣਾ ਆਪਣੇ ਆਪ ਵਿੱਚ ਸਿੱਖੀ ਦੀ ਤੇ ਉਹਨਾਂ ਦੀ ਆਪ ਦੀ ਜਿਹੜਾ ਜਿਹਨੂੰ ਕਹੀਏ ਕਿ ਸੱਭਿਆਚਾਰ ਕਹੀਏ ਜਾਂ ਮੈਨਰਸ ਕਹੀਏ, ਇਹ ਚੀਜ਼ਾਂ ਆਪਣੇ ਆਪ ਵਿੱਚ ਬੜੀ ਜ਼ਬਰਦਸਤ ਪ੍ਰਭਾਵ ਪਾਉਂਦੀ ਹੈ ਆਮ ਸਿੱਖਾਂ ਦੇ ਉੱਤੇ ਵੀ। ਔਰ ਉਹਨਾਂ ਨੇ ਪੈਰੀ ਹੱਥ ਲਾ ਕੇ ਇੱਕ ਚੀਜ਼ ਵੀ ਮੰਗੀ ਕਿ ਕਿਉਂ ਨਾ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਗੁਰਬਾਣੀ ਹੁੰਦੀ ਹੈ ਉਹਦੇ ਇਖਤਿਆਰ ਇੱਕ ਚੈਨਲ ਨੂੰ ਨਾ ਦੇ ਕੇ ਬਲਕਿ ਸਾਰੇ ਚੈਨਲਾਂ ਨੂੰ ਔਰ 24 ਘੰਟੇ ਉਹਦਾ ਸਿੱਧਾ ਪ੍ਰਸਾਰਣ ਕਰਨ ਦੇ ਵਾਸਤੇ ਸਾਰਿਆਂ ਨੂੰ ਇਖਤਿਆਰ ਦਿੱਤੇ ਜਾਣ। ਇਹ ਮੰਗ ਤੇ ਥੋੜ੍ਹੀ ਜਿਹੀ ਇੱਦਾਂ ਦੀ ਸੀਗੀ ਕਿ ਸ਼ਾਇਦ ਜਥੇਦਾਰ ਸਾਹਿਬ ਚਾਹਣ ਵੀ, ਕਿਉਂਕਿ ਦੇਖੋ ਜਥੇਦਾਰ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤੇ ਉਹ ਬੜੇ ਰੈਸ਼ਨਲ ਜਿਹੇ ਬੰਦੇ ਹੈਗੇ ਨੇ ਔਰ ਜਦ ਵੀ ਕੋਈ ਗੱਲ ਕਰਦੇ ਨੇ ਤੇ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੁੰਦਾ ਹੈ। ਪਰ ਜਿਹੜੀ ਮੰਗ ਮੁੱਖ ਮੰਤਰੀ ਸਾਹਿਬ ਨੇ ਪੈਰੀ ਹੱਥ ਲਾ ਕੇ ਮੰਗੀ, ਉਸ ਮੰਗ ਨੂੰ ਪੂਰਾ ਕਰਨ ਦੇ ਇਖਤਿਆਰ ਤੇ ਸ਼ਾਇਦ ਉਹਨਾਂ ਕੋਲ ਹੈਗੇ ਨੇ, ਪਰ ਉਹ ਉਹਨਾਂ ਇਖਤਿਆਰਾਂ ਦਾ ਇਸਤੇਮਾਲ ਕਰ ਪਾਉਣਗੇ ਨਹੀਂ ਕਰ ਪਾਉਣਗੇ, ਇਹਦੇ ਉੱਤੇ ਇੱਕ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਹੈ। ਕਿਉਂਕਿ ਇਹਦੇ ਵਿੱਚ ਆਰਥਿਕ ਤੌਰ ਤੇ ਵੀ ਕਾਫੀ ਸਾਰੀ ਇਨਵੋਲਵਮੈਂਟ ਹੈਗੀ ਹੈ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕਹਿੰਦੇ PTC ਹੈਗਾ, ਉਹਦੇ ਵਿੱਚ ਇਹਦਾ 24 ਘੰਟੇ ਜਾਂ ਉੱਥੇ ਹੀ ਸਿਰਫ ਗੁਰਬਾਣੀ ਦਾ ਪ੍ਰਸਾਰਣ ਚੱਲਣਾ, ਉਹ ਆਪਣੇ ਆਪ ਵਿੱਚ ਆਰਥਿਕ ਤੌਰ ਤੇ ਇੱਕ ਪਰਟੀਕੂਲਰ ਚੈਨਲ ਨੂੰ ਲਾਭ ਵੀ ਪਹੁੰਚਾਉਂਦਾ ਹੈ। ਹੁਣ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਜਥੇਦਾਰ ਸਾਹਿਬ ਦੇ ਪੈਰੀ ਹੱਥ ਪੈਣਾ, ਪੈਰੀ ਹੱਥ ਲਾਣਾ, ਫਿਰ ਉਸ ਤੋਂ ਬਾਅਦ ਇਹ ਮੰਗ ਕਰਨਾ, ਇਹ ਮੰਗ ਪੂਰੀ ਨਹੀਂ ਹੋਏਗੀ। ਇਹਦੇ ਉੱਤੇ ਤੇ ਡਾਊਟ ਹੈਗਾ ਕਿ ਮੰਗ ਪੂਰੀ ਹੋਏਗੀ ਜਾਂ ਨਹੀਂ ਹੋਏਗੀ। ਪਰ ਹਾਂ, ਜੋ ਕੁਝ ਕੱਲ ਦੇਖਣ ਨੂੰ ਮਿਲਿਆ ਉਹਦੇ ਵਿੱਚ ਜਿਹੜੀ ਮਰਿਆਦਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਰੱਖੀ ਸਿੱਖ ਹੋਣ ਦੇ ਨਾਤੇ, ਇਹ ਆਪਣੇ ਆਪ ਵਿੱਚ ਦਿਲ ਨੂੰ ਛੂਹਣ ਵਾਲੀ ਸੀਗੀ ਔਰ ਇਹ ਇੱਕ ਬੜੀ ਵਧੀਆ ਗੱਲ ਵੀ ਸੀਗੀ। ਭਾਸਕਰ ਸਾਹਿਬ, ਦੋਨਾਂ ਦਾ ਹੀ ਕੱਦ ਵਧਿਆ, ਇਸ ਗੱਲ ਨਾਲ ਦੋਨਾਂ ਦਾ ਹੀ ਕੱਦ ਵਧਿਆ। ਇੱਕ ਪੈਰੀ ਹੱਥ ਲਾ ਰਿਹਾ, ਦੂਜਾ ਉਹਨੂੰ ਕਲਾਵੇ 'ਚ ਲੈ ਰਿਹਾ। ਲੇਕਿਨ ਹੁਣ ਇਸ ਕਲਾਵੇ ਨੂੰ ਜੇ ਮੋਕਲਾ ਕਰਨਾ ਹੋਵੇ ਤਾਂ ਉਸ ਮੰਗ ਨੂੰ ਬਹੁਤ ਪੁਰਾਣੀਆਂ ਗੱਲਾਂ ਜੀ, ਹੁਕਮਨਾਮੇ, ਆਦੇਸ਼, ਸੰਦੇਸ਼, ਡਾਕਟਰ ਰੂਪ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਦੀ ਕਿਤਾਬ ਆ ਜਿਹਦੇ 'ਚ ਪੁਰਾਣੇ ਹੁਕਮਨਾਮੇ ਵੀ ਸਾਰੇ ਸ਼ਾਮਲ ਨੇ। ਇੱਕ ਇਹੋ ਜਿਹਾ ਆਦੇਸ਼ ਸਿੰਘ ਸਾਹਿਬ ਹੋਰ ਕਰ ਦੇਣ ਕਿ ਗੁਰਬਾਣੀ ਤੇ ਕਿਸੇ ਦੇ ਹੱਕ ਥੋੜੀ ਆ, ਇਹ ਤਾਂ ਬ੍ਰਹਿਮੰਡੀ ਵਰਤਾਰਾ ਹੈ, ਇਹਨੂੰ ਜੇ ਅੱਗੇ ਵਧਾਇਆ ਜਾਵੇ। ਖੈਰ, ਮੈਂ ਇਸ ਕਰਕੇ ਭਾਸਕਰ ਸਾਹਿਬ ਡਰਦਾ, ਮੈਂ ਸਰੋਤਿਆਂ ਤੋਂ ਮਾਫੀ ਮੰਗ ਲਵਾਂ। ਭਾਸਕਰ ਸਾਹਿਬ ਨੂੰ ਮੈਂ ਮਰਿਆਦਾ ਥੋੜੀ ਜਿਹੀ ਜਾਂ ਉਹੋ ਜਿਹੀ ਗੱਲ ਕਰਤੀ, ਕਿਉਂਕਿ ਡਰ ਬੜੇ ਆਉਂਦੇ ਧਰਮ ਦੇ ਮਾਮਲੇ 'ਚ। ਅਸੀਂ ਆ ਧਰਮੀ ਲੋਕ ਆ, ਧਰਮਾਂ 'ਚ ਪੂਰੇ ਨਹੀਂ ਉਤਰ ਸਕਦੇ, ਇਹ ਇੱਥੋਂ ਤੱਕ ਪਹੁੰਚਣਾ ਔਖਾ। ਚਲੋ ਖੈਰ, ਮੈਂ ਮਾਫੀ ਮੰਗ ਲੈਣਾ ਤੁਹਾਡੇ ਤੋਂ, ਲੇਕਿਨ ਥੋੜਾ ਜਿਹਾ ਅੱਗੇ ਆਵਾਂ ਤੇ ਮੈਨੂੰ ਇਹ ਜ਼ਰੂਰ ਸਮਝਾ ਦਿਓ, ਇੱਕ ਆਇਆ ਦੂਜਾ ਗਿਆ। ਜੇ ਛੋਟੇਪੁਰ ਆ ਗਏ ਨੇ ਤੇ ਨਾਲ ਹੀ ਚਰਨਜੀਤ ਸਿੰਘ ਅਟਵਾਲ ਦੇ ਜਾਣ ਦਾ ਜੇਕਰ ਇਹਨਾਂ ਦੋਨਾਂ ਦਾ ਆਪਸ ਵਿੱਚ ਤੁਲਨਾ ਕਰੀਏ, ਜੇ ਹਸਤੀਆਂ ਦੀ ਮਾਨ ਮਰਿਆਦਾ ਨੂੰ ਦੇਖੀਏ, ਜੇ ਦੋਨਾਂ ਦੇ ਕੱਦ, ਸਿਆਸੀ ਕੱਦ ਦੇਖੀਏ, ਤਾਂ ਮੈਨੂੰ ਲੱਗਦਾ ਕਿ ਚਰਨਜੀਤ ਸਿੰਘ ਅਟਵਾਲ ਥੋੜੇ ਭਾਰੀ ਪੈਂਦੇ ਨਜ਼ਰ ਆਉਣਗੇ। ਹਾਲਾਂਕਿ ਛੋਟੇਪੁਰ ਵੀ ਬਹੁਤ ਓਨੈਸਟ ਲੀਡਰ ਮੰਨੇ ਗਏ ਆ ਔਰ ਤਗੜੇ ਖੜਕੂ ਕਿਸਮ ਦੇ ਆਗੂ ਨੇ, ਪਰ ਪਿਛਲੇ ਕਾਫੀ ਸਮੇਂ 'ਚ ਉਹ ਕਾਫੀ ਵਿਹਲੇ ਰਹਿਣ ਤੋਂ ਬਾਅਦ ਕਈ ਵਾਰੀ ਜੰਗ ਵੀ ਲੱਗ ਜਾਂਦਾ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮੁੱਖ ਧਾਰਾ 'ਚ ਆਉਣ ਦਾ ਮੌਕਾ ਮਿਲ ਗਿਆ। ਲੇਕਿਨ ਮੁੱਖ ਧਾਰਾ ਦਾ ਇੱਕ ਵੱਡਾ ਆਗੂ ਪਿਛਾਂਹ ਜਾ ਰਿਹਾ ਕਿਸੇ ਦੂਜੀ ਪਾਰਟੀ 'ਚ। ਮੈਨੂੰ ਲੱਗਦਾ ਇਹ ਝਟਕਾ ਅਕਾਲੀ ਦਲ ਲਈ ਕਾਫੀ ਗਹਿਰਾ ਹੋਣ ਵਾਲਾ। ਜਿਹੜੀਆਂ ਅਨੁਸੂਚਿਤ ਜਾਤੀਆਂ ਦੀਆਂ ਸੰਕੇਤਕ ਵੋਟਾਂ ਨੇ ਜਾਂ ਅਕਾਲੀ ਦਲ ਦੇ ਵਿੱਚ ਬਾਕੀ ਵੱਡੇ ਲੀਡਰ ਆ, ਉਹਨਾਂ ਨੂੰ ਵੀ ਅਸੁਰੱਖਿਆ ਜਿਹੜੀ ਹੁੰਦੀ ਆ, ਇਨਸਿਕਿਉਰਿਟੀ ਦੀ ਭਾਵਨਾ ਵਧੂਗੀ। ਬਿਲਕੁਲ ਠੀਕ ਕਹਿ ਰਹੇ ਹੋ। ਜਿੱਥੇ ਤੱਕ ਗੱਲ ਛੋਟੇਪੁਰ ਉਹਨਾਂ ਦੀ ਹੈਗੀ ਹੈ, ਤੇ ਛੋਟੇਪੁਰ ਉਹਨਾਂ 2017 ਤੋਂ ਪਹਿਲੇ ਆਮ ਆਦਮੀ ਪਾਰਟੀ ਤੋਂ ਕੱਢੇ ਗਏ ਸੀ ਜਾਂ ਉਹਨਾਂ ਨੇ ਛੱਡੀ ਸੀਗੀ। ਇਹਦੇ ਉੱਤੇ ਤੇ ਮਾੜਾ ਮੋਟਾ ਜਿਹਾ ਸਸਪੈਂਸ ਬਣਿਆ ਹੋਇਆ, ਕਿਉਂਕਿ ਐਲੀਗੇਸ਼ਨ ਹੀ ਇੱਦਾਂ ਲਾਏ ਸੀਗੇ ਕਿ ਬੜੇ ਥੋੜੇ ਜਿਹੇ ਪੈਸਿਆਂ ਦੇ ਗਬਨ ਦਾ ਆਰੋਪ ਲਾ ਕੇ ਉਹਨਾਂ ਨੂੰ ਪਾਰਟੀ ਛੱਡਣ ਤੇ ਜਾਂ ਪਾਰਟੀ ਤੋਂ ਕੱਢ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ 5 ਸਾਲ ਲਗਾਤਾਰ ਇਹ ਗੱਲ ਚੱਲੀ ਕਿ ਅਗਰ ਅਰਵਿੰਦ ਕੇਜਰੀਵਾਲ ਉਹਨਾਂ ਛੋਟੇਪੁਰ ਨੂੰ ਘਰ ਜਾ ਕੇ ਮਨਾਉਂਦੇ ਨੇ ਤੇ ਪਾਰਟੀ ਇਸ ਤੋਂ ਸਟਰੋਂਗ ਹੀ ਹੋਏਗੀ। ਔਰ ਤੁਹਾਨੂੰ ਯਾਦ ਹੋਏਗਾ ਜਦ ਛੋਟੇਪੁਰ ਉਹਨਾਂ ਨੂੰ ਕੱਢਿਆ ਗਿਆ ਸੀਗਾ, ਤਦ ਸੁਖਪਾਲ ਖਹਿਰਾ ਉਹਨਾਂ ਜਿਹੜੇ LOP ਹੁੰਦੇ ਸੀਗੇ,
ਕੰਵਰ ਸੰਧੂ ਉਹਨਾਂ ਨੇ ਇਸ ਗੱਲ ਨੂੰ ਗਲਤ ਕਿਹਾ ਸੀਗਾ ਔਰ ਕਿਹਾ ਸੀਗਾ ਕਿ ਜਿਸ ਤਰੀਕੇ ਨਾਲ ਛੋਟੇਪੁਰ ਸਾਹਿਬ ਨੂੰ ਕੱਢਿਆ ਗਿਆ ਉਹਦੇ ਨਾਲ ਪਾਰਟੀ ਦੇ ਵਿੱਚ ਵੋਲੰਟੀਅਰ ਤੇ ਲੀਡਰਸ ਡੀਮੋਰਲਾਈਜ਼ ਹੋਣਗੇ। ਪਰ ਚਲੋ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ। ਪਿੱਛੇ ਗੱਲ ਚੱਲੀ ਸੀਗੀ ਕਿ ਅਰਵਿੰਦ ਕੇਜਰੀਵਾਲ ਚਾਹੁੰਦੇ ਸੀਗੇ ਕਿ ਛੋਟੇਵਾਲ ਫਿਰ ਦੁਆਰਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ। ਛੋਟੇਪੁਰ ਸਾਹਿਬ ਦੀ ਵੀ ਇੱਕ ਸ਼ਰਤ ਸੀਗੀ ਕਿ ਵੀ ਉਹ ਵੀ ਇਹ ਚਾਹੁੰਦੇ ਸੀਗੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਆ ਕੇ ਮਾਫੀ ਮੰਗਣ ਔਰ ਇਸ ਗੱਲ ਨੂੰ ਆਮ ਤੌਰ ਤੇ ਸਾਰਵਜਨਿਕ ਤੌਰ ਤੇ ਕਹਿਣ ਕਿ ਮੇਰਾ ਕੋਈ ਕਸੂਰ ਨਹੀਂ ਸੀਗਾ। ਚਲੋ ਗੱਲ ਨਹੀਂ ਬਣੀ। ਔਰ ਇੱਥੇ ਇਹ ਵੀ ਗੱਲਾਂ ਚੱਲਦੀ ਹੈ ਕਿ ਭਗਵੰਤ ਮਾਨ ਨਹੀਂ ਚਾਹੁੰਦੇ ਸੀਗੇ ਛੋਟੇਪੁਰ ਉਹਨਾਂ ਹੁਣ ਵਾਪਸ ਆਉਣ, ਕਿਉਂਕਿ ਭਗਵੰਤ ਮਾਨ ਉਹਨਾਂ ਦੇ ਉੱਤੇ ਅਕਸਰ ਸਾਡੇ ਮੀਡੀਆ ਵਾਲੇ ਆਰੋਪ ਲਾ ਦਿੰਦੇ ਨੇ ਕਿ ਕੋਈ ਵੱਡਾ ਸ਼ਖਸ ਆਮ ਆਦਮੀ ਪਾਰਟੀ ਜੁਆਇਨ ਕਰਨ ਲੱਗਦਾ ਹੈ ਤੇ ਕਹਿੰਦੇ ਜੀ ਭਗਵੰਤ ਮਾਨ ਨੇ ਨਹੀਂ ਆਉਣ ਦਿੱਤਾ। ਹੁਣ ਇਹ ਗੱਲ ਕਿੰਨੀ ਕੁ ਸਹੀ ਹੈ, ਕਿੰਨੀ ਕੁ ਝੂਠ ਹੈ? ਖੈਰ ਭਗਵੰਤ ਮਾਨ ਆਪ ਇਸ ਗੱਲ ਨੂੰ ਕਈ ਵਾਰ ਨਕਾਰ ਚੁੱਕੇ ਨੇ ਕਿ ਇੱਦਾਂ ਦੀ ਜਿਹੜੇ ਇਲਜ਼ਾਮ ਉਹਨਾਂ ਤੇ ਲੱਗਦੇ ਨੇ ਉਹਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ। ਅੱਜ ਵੀ ਭਗਵੰਤ ਮਾਨ ਉਹਨਾਂ ਇੱਕ ਜਿਹੜਾ ਟੀਵੀ ਚੈਨਲ ਦੀ ਕਨਕਲੇਵ ਦੇ ਵਿੱਚ ਬੋਲ ਰਹੇ ਸੀਗੇ ਔਰ ਉਹਨਾਂ ਨੂੰ ਇਹ ਜਦ ਪੁੱਛਿਆ ਗਿਆ ਕਿ ਤੁਸੀਂ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ ਤੇ ਉਲਟਾ ਉਹਨਾਂ ਨੇ ਐਂਕਰ ਨੂੰ ਸਵਾਲ ਪੁੱਛ ਲਿਆ ਵੀ ਤੁਹਾਡੀ ਅਗਰ ਪ੍ਰਮੋਸ਼ਨ ਕੋਈ ਕਰੇ ਤੇ ਤੁਸੀਂ ਨਹੀਂ ਬਣਨਾ ਚਾਹੁੰਦੇ? ਐਂਕਰ ਨੇ ਕਹਿਤਾ ਜੀ ਮੈਂ ਤੇ ਬਣਨਾ ਚਾਹੁੰਦਾ। ਉਹ ਕਹਿੰਦੇ ਮੈਂ ਵੀ ਬਣਨਾ ਚਾਹੁੰਦਾ, ਪਰ ਜੇ ਪ੍ਰਮੋਸ਼ਨ ਦੇ ਕੇ ਮੈਨੂੰ ਕੋਈ ਬਣਾਇਆ ਜਾਂਦਾ ਹੈ, ਜੇ ਮੇਰੀ ਪਾਰਟੀ ਦੇ ਵੱਡੇ ਲੀਡਰ ਮੈਨੂੰ ਕਿਸੇ ਜ਼ਿੰਮੇਵਾਰੀ ਵਾਸਤੇ ਕਾਬਿਲ ਸਮਝਦੇ ਹੈ ਤੇ ਆਪਾਂ ਉੱਦਾਂ ਬਣਨਾ ਚਾਹਾਂਗੇ। ਕੋਈ ਬਾਗੀ ਰੂਪ ਨੀਚ ਹੋ ਕੇ ਮੈਂ ਕਿਸੇ ਵੀ ਪੋਸਟ ਤੋਂ ਨੂੰ ਆਪਣੇ ਪੋਸਟ ਵਾਸਤੇ ਆਪਣੇ ਆਪ ਨੂੰ ਕਾਬਿਲ ਨਹੀਂ ਸਮਝਦਾ। ਯਾਨੀ ਗੱਲ ਵਿੱਚ ਥੋੜ੍ਹੀ ਜਿਹੀ ਸਫਾਈ ਦੇਣ ਦੀ ਤੇ ਉਹਨਾਂ ਨੇ ਕੋਸ਼ਿਸ਼ ਕੀਤੀ। ਨਾਲ ਦੇ ਨਾਲ ਛੋਟੇਪੁਰ ਉਹਨਾਂ ਦਾ ਅੱਜ ਅਕਾਲੀ ਦਲ ਜੁਆਇਨ ਕਰਨਾ, ਅਕਾਲੀ ਦਲ ਭਾਵੇਂ ਇਸ ਗੱਲ ਨੂੰ ਬੜਾ ਵੱਡਾ ਕੈਚ ਸਮਝਦੇ ਹੋਣ, ਪਰ ਜਦ ਛੋਟੇਪੁਰ ਉਹਨਾਂ ਜਦ ਆਮ ਆਦਮੀ ਪਾਰਟੀ ਸੀਗੇ ਤੇ ਅਕਾਲੀ ਦਲ ਦੇ ਖਿਲਾਫ ਸਭ ਤੋਂ ਵੱਡੀ ਅੱਗ, ਸਭ ਤੋਂ ਵੱਡੇ ਤਰੀਕੇ ਨਾਲ ਕ੍ਰਿਟਿਸਿਜ਼ਮ ਛੋਟੇਪੁਰ ਉਹਨਾਂ ਹੀ ਕਰਦੇ ਹੁੰਦੇ ਸੀਗੇ। ਚਲੋ ਪਾਰਟੀਆਂ ਚੇਂਜ ਹੋ ਜਾਂਦੀ ਹੈ, ਆ ਜਿਹੜੇ ਤੁਸੀਂ ਪੱਟੀ ਜੀ ਗਲੇ 'ਚ ਪਾਉਂਦੇ ਆ ਪਾਰਟੀਆਂ ਦੀ, ਉਹ ਚੇਂਜ ਹੁੰਦੇ ਹੀ ਤੁਹਾਡੀ ਆਈਡੀਓਲੋਜੀ ਵੀ ਚੇਂਜ ਹੋ ਜਾਂਦੀ ਹੈ। ਅੱਜ ਉਹੀ ਛੋਟੇਪੁਰ ਆਪਣੀ ਮਾਂ ਪਾਰਟੀ ਕਹਿ ਰਹੇ ਸੀਗੇ ਅਕਾਲੀ ਦਲ ਨੂੰ। ਨੋ ਡਾਊਟ ਉਹਨਾਂ ਨੇ ਕੈਰੀਅਰ ਆਪਣਾ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀਗਾ ਔਰ ਪੂਰਵ ਮੰਤਰੀ ਵੀ ਹੈਗੇ ਹੈ, ਇੱਕ ਸੂਝਵਾਨ ਲੀਡਰ ਵੀ ਹੈਗੇ ਨੇ, ਮਿਹਨਤੀ ਵੀ ਹੈਗੇ ਨੇ, ਸਾਰੀ ਕੁਆਲਿਟੀ ਉਹਨਾਂ ਦੇ ਅੰਦਰ ਹੈਗੀ ਹੈ। ਪਰ ਉਹਨਾਂ ਨੇ ਨਾਲ ਦੇ ਨਾਲ ਸੁਖਬੀਰ ਬਾਦਲ ਉਹਨਾਂ ਨੂੰ ਇਸ ਗੱਲ ਦੀ ਹਿਦਾਇਤ ਵੀ ਦਿੱਤੀ ਕਿ ਜਿਹੜੇ ਵੀ ਲੀਡਰ ਪਾਰਟੀ ਤੋਂ ਨਾਰਾਜ਼ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏ, ਕਿਉਂਕਿ ਬਗੈਰ ਅਕਾਲੀ ਦਲ ਦੇ ਪੰਥ ਦਾ ਭਲਾ ਨਹੀਂ ਹੋ ਸਕਦਾ। ਜੇ ਅਕਾਲੀ ਦਲ ਤਰੱਕੀ ਕਰੇਗਾ ਤਾਂ ਪੰਥ ਵੀ ਤਰੱਕੀ ਕਰੇਗਾ। ਇਹ ਜਿਹੜੀ ਸਿਫਾਰਿਸ਼ ਸੀਗੀ ਜਾਂ ਇਹ ਜਿਹੜੀ ਸਜੈਸ਼ਨ ਸੀਗਾ ਇਹ ਬੜਾ ਵਧੀਆ ਸੀਗਾ, ਪਰ ਸੁਖਬੀਰ ਬਾਦਲ ਉਹਨਾਂ ਨੇ ਇਸ ਗੱਲ ਨੂੰ ਇੱਦਾਂ ਕਰਕੇ ਨੀਵੀਂ ਪਾ ਦਿੱਤਾ ਕਿ ਮੈਂ ਤੇ ਸਾਰਿਆਂ ਨੂੰ ਕਹਿ ਹੀ ਰਿਹਾ ਵੀ ਆ ਜਾਓ, ਵਾਪਸ ਆ ਜਾਓ, ਅਸੀਂ ਤਿਆਰ ਹਾਂ, ਬਾਹਾਂ ਖੋਲ੍ਹ ਕੇ ਤੁਹਾਡਾ ਸਵਾਗਤ ਕਰਦੇ ਹਾਂ। ਪਰ ਉਹ ਕੋਈ ਤਰੀਕਾ ਨਹੀਂ ਸੀਗਾ ਕਿ ਜਿਸ ਤਰੀਕੇ ਨਾਲ ਬਾਹਾਂ ਖੋਲ੍ਹ ਕੇ ਤੁਸੀਂ ਦੂਜੇ ਆਗੂਆਂ ਦਾ ਸਵਾਗਤ ਕਰੋ ਔਰ ਜਿਹੜੇ ਆਪ ਦੇ ਤੁਹਾਡੇ ਖਿਸਕਦੇ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਪੁੱਛੋ ਹੀ ਨਾ। ਹੁਣ ਤੁਸੀਂ ਚਰਨਜੀਤ ਅਟਵਾਲ ਉਹਨਾਂ ਦੀ ਗੱਲ ਕੀਤੀ, ਇਹ ਬੜੇ ਵੱਡੇ ਤੇ ਬੜੇ ਹੀ ਸਮਝਦਾਰ ਆਗੂ ਦੇ ਰੂਪ ਵਿੱਚ ਜਾਣੇ ਜਾਂਦੇ ਨੇ। ਸਪੀਕਰ ਸਾਹਿਬ ਵੀ ਰਹੇ ਨੇ, ਪਾਰਲੀਮੈਂਟ ਦੇ ਵੀ ਉਹਨਾਂ ਨੇ ਇਲੈਕਸ਼ਨ ਲੜੇ ਨੇ ਜਲੰਧਰ ਤੋਂ, ਔਰ ਕਰਤਾਰਪੁਰ ਤੋਂ ਉਹਨਾਂ ਨੇ ਅਸੈਂਬਲੀ ਇਲੈਕਸ਼ਨ ਵੀ ਲੜੇ ਨੇ, ਔਰ ਹਮੇਸ਼ਾ ਬਾਦਲ ਪਰਿਵਾਰ ਦੇ ਬੜੇ ਕਲੋਜ਼ ਮੰਨੇ ਜਾਂਦੇ ਨੇ। ਉਹਨਾਂ ਦਾ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਜੁਆਇਨ ਕਰਨਾ ਇਹ ਇੱਕ ਆਪਣੇ ਆਪ ਵਿੱਚ ਬੜੀ ਵੱਡੀ ਸੱਟ ਅਕਾਲੀ ਦਲ ਨੂੰ ਲੱਗ ਸਕਦੀ ਹੈ, ਕਿਉਂਕਿ ਅਕਾਲੀ ਦਲ ਨੂੰ ਪਹਿਲੇ ਹੀ ਵੱਡੇ ਵੱਡੇ ਆਗੂ, ਖਾਸ ਕਰਕੇ ਢੀਂਡਸਾ ਸਾਹਿਬ ਦੀ ਗੱਲ ਕਰੀਏ, ਬ੍ਰਹਮਪੁਰਾ ਸਾਹਿਬ ਦੀ ਗੱਲ ਕਰੀਏ, ਜਿਨ੍ਹਾਂ ਨੂੰ ਆਪਾਂ ਮਾਝੇ ਦੇ ਜਰਨੈਲ ਕਦੀ ਕਹਿੰਦੇ ਸੀਗੇ, ਉਹ ਛੱਡ ਚੁੱਕੇ ਨੇ। ਸੇਵਾ ਸਿੰਘ ਸੇਖਵਾਂ ਹੁਣ ਰਹੇ ਨਹੀਂ, ਪਰ ਜਿਸ ਤਰੀਕੇ ਨਾਲ ਉਹ ਪਾਰਟੀ ਦੇ ਵਿੱਚੋਂ ਛੱਡ ਕੇ ਪਾਰਟੀ ਦੇ ਖਿਲਾਫ ਔਰ ਖਾਸ ਕਰਕੇ ਪਾਰਟੀ ਦੀ ਇੱਕ ਲੀਡਰਸ਼ਿਪ ਦੇ ਖਿਲਾਫ ਬਿਆਨਬਾਜ਼ੀ ਕਰਦੇ ਰਹੇ, ਉਹਦੇ ਤੋਂ ਸਾਫ਼ ਹੁੰਦਾ ਹੈ ਕਿ ਪਾਰਟੀ ਦੇ ਵਿੱਚ ਨਾਰਾਜ਼ਗੀਆਂ ਵੱਧ ਰਹੀਆਂ ਔਰ ਚਰਨਜੀਤ ਸਿੰਘ ਅਟਵਾਲ ਵਰਗੇ ਸੀਨੀਅਰ ਆਗੂ ਨੂੰ ਇਗਨੋਰ ਕਰਕੇ ਜਾਣ ਦਾ ਰਸਤਾ ਨਾ ਕੇਵਲ ਦਿਖਾਣਾ ਬਲਕਿ ਜਾਣ ਦੇਣਾ, ਇਹ ਵੀ ਪਾਰਟੀ ਦੀ ਲੀਡਰਸ਼ਿਪ ਦੀ ਇੱਕ ਕਮਜ਼ੋਰੀ ਹੈਗੀ ਹੈ। ਕੋਈ ਕਹਿੰਦਾ ਜੁਆਇਨ ਕਰ ਗਏ, ਕੋਈ ਕਹਿੰਦਾ ਹੁਣੇ ਕਰਨ ਵਾਲੇ ਨੇ, ਪਰ ਅਸੀਂ ਕੱਲ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹਿ ਚੁੱਕੇ ਹਾਂ ਕਿ ਬੜੀ ਛੇਤੀ ਚਰਨਜੀਤ ਸਿੰਘ ਅਟਵਾਲ ਔਰ ਉਹਨਾਂ ਦੇ ਹੋਰ ਪਰਿਵਾਰਿਕ ਮੈਂਬਰ, ਉਹਨਾਂ ਦੇ ਹੋਰ ਕਈ ਸਪੋਰਟਰ ਉਹ ਭਾਜਪਾ ਜੁਆਇਨ ਕਰ ਸਕਦੇ ਨੇ। ਅੱਜ ਨਹੀਂ ਕੀਤੇ ਹੋਣਗੇ ਤੇ ਕੱਲ ਕਰ ਜਾਣਗੇ, ਪਰ ਉਹਨਾਂ ਦਾ ਭਾਜਪਾ ਜੁਆਇਨ ਕਰਨਾ ਅਕਾਲੀ ਦਲ ਛੱਡ ਕੇ ਉਹ ਅਕਾਲੀ ਦਲ ਵਾਸਤੇ ਕੋਈ ਬਹੁਤੀ ਫਾਇਦੇਮੰਦ ਗੱਲ ਨਹੀਂ ਹੈ। ਛੋਟੇਪੁਰ ਦਾ ਤੁਸੀਂ ਵੈਲਕਮ ਕਰ ਰਹੇ ਹੋ, ਜਿਹੜੇ ਤੁਹਾਡੇ ਆਪਣੇ ਘਰ ਦੇ ਬਜ਼ੁਰਗ ਹੈਗੇ ਨੇ, ਬਜ਼ੁਰਗ ਇਸ ਕਰਕੇ ਕਹਾਂਗੇ ਕਿ ਚਰਨਜੀਤ ਸਿੰਘ ਅਟਵਾਲ ਉਹਨਾਂ ਅਕਾਲੀ ਦਲ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਸੀ, ਉਹਨਾਂ ਦੇ ਜਾਣ ਨਾਲ ਨੁਕਸਾਨ ਤੇ ਅਕਾਲੀ ਦਲ ਦਾ ਹੋਏ। ਬਿਲਕੁਲ, ਜਦੋਂ ਥੋੜੀ ਦੇਰ ਪਹਿਲਾਂ ਚਰਨਜੀਤ ਸਿੰਘ ਅਟਵਾਲ ਔਰ ਉਹਨਾਂ ਦੇ ਪੁੱਤਰ ਇੰਦਰ ਇਕਬਾਲ ਅਟਵਾਲ ਨੂੰ ਬਾਦਲ ਪਰਿਵਾਰ ਵੱਲੋਂ ਸ਼੍ਰੀ ਹਰਗੋਬਿੰਦਪੁਰ ਤੋਂ ਤਿਆਰ ਰਹਿਣ ਲਈ ਕਿਹਾ ਗਿਆ ਸੀ, ਲੇਕਿਨ ਉਹ ਟਿਕਟ ਬਾਅਦ ਦੇ ਵਿੱਚ ਰਾਜਨਵੀਰ ਸਿੰਘ ਘੁਮਾਣ ਜਿਹੜੇ ਕਿ ਵਿਕਰਮ ਮਜੀਠੀਆ ਦੇ ਖਾਤੇ 'ਚ ਆਉਂਦੇ ਆ,
ਉਹਨਾਂ ਨੂੰ ਅਨਾਉਂਸ ਕਰਤੀ ਗਈ। ਇਸੇ ਤਰੀਕੇ ਨਾਲ ਜਿਹੜੀ ਕੈਪਟਨ ਬਲਬੀਰ ਸਿੰਘ ਬਾਠ ਹਰਗੋਬਿੰਦਪੁਰ ਤੋਂ ਆਉਂਦੇ ਸੀ, ਉਹਨਾਂ ਨੂੰ ਬਟਾਲੇ ਲਈ ਕਾਫੀ ਦੇਰ ਤੱਕ ਆਸ ਰਹੀ। ਹੁਣ ਅਸ਼ਵਨੀ ਸੇਖੜੀ ਦੇ ਭਰਾ ਜਿਹੜੇ ਇੰਦਰ ਸੇਖੜੀ, ਉਹ ਵੀ ਕਾਫੀ ਦੇਰ ਤੋਂ ਬਟਾਲੇ ਦੇ ਵਿੱਚ ਅਕਾਲੀ ਦਲ ਲਈ ਮਿਹਨਤ ਕਰ ਰਹੇ ਸੀ। ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸੁਖਬੀਰ ਸਿੰਘ ਵਾਲਾ ਉੱਥੇ ਲੱਗੇ ਹੋਏ ਸੀ। ਇੱਕ ਹੋਰ ਯੂਥ ਅਕਾਲੀ ਆਗੂ ਵੀ ਉੱਥੋਂ ਲਗਾਤਾਰ ਸਰਗਰਮ ਸੀਗੇ। ਵੇਖਣਾ ਤਾਂ ਇਹ ਹੈ ਕਿ ਇੱਕ ਲਿਆ ਕੇ ਉਹਦੀ ਕਾਮਯਾਬੀ ਦੀ ਕਿੱਥੋਂ ਤੱਕ ਉਮੀਦ ਹੋ ਸਕਦੀ ਹੈ, ਜਦੋਂ ਬਹੁਤ ਸਾਰੇ ਲੋਕ ਕੁਦਰਤੀ ਨਿਰਾਸ਼ ਹੋਏ ਹੋਣਗੇ। ਹੁਣ ਥੋੜਾ ਜਿਹਾ ਅੱਗੇ ਆਈਏ, ਪੋਲਿਟਿਕਸ ਇਹ ਤਾਂ ਰਵਾਇਤੀ ਹੈ, ਇਹਨਾਂ ਦੀਆਂ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ। ਛੋਟੇਪੁਰ ਸਾਹਿਬ ਨੂੰ ਮੁਬਾਰਕ, ਅਕਾਲੀ ਦਲ ਨੂੰ ਵੀ ਮੁਬਾਰਕ, ਉਹਨਾਂ ਨੂੰ ਹੁਲਾਰਾ ਮਿਲ ਗਿਆ, ਲੇਕਿਨ ਨਾਲ ਦੀ ਨਾਲ ਤਕਲੀਫ ਵੀ ਮਿਲ ਗਈ ਅਟਵਾਲ ਸਾਹਿਬ ਵਾਲੀ। ਲੇਕਿਨ ਜਿਹੜੇ ਰਾਜੇਵਾਲ ਸਾਹਿਬ ਦੀ ਸਪੀਚ ਸੀ ਅੱਜ ਬਾਰਡਰ ਤੋਂ, ਦਿੱਲੀ ਤੋਂ, ਔਰ ਜਿਹੜਾ ਉਹਨਾਂ ਨੇ ਪ੍ਰੋਗਰਾਮ ਦਿੱਤਾ SKM ਨੇ, ਸੰਯੁਕਤ ਕਿਸਾਨ ਮੋਰਚਾ ਨੇ, ਇੰਜ ਲੱਗਦਾ ਕਿ ਕੰਬਣੀ ਸਿਆਸਤਾਂ ਨੂੰ ਛਿੜ ਜੂਗੀ। ਹੁਣ ਜਦੋਂ ਉਹ ਮੁੜ ਆਏ, ਜਦੋਂ ਕਹਿੰਦੇ ਕਿ ਅਸੀਂ ਮੁਅੱਤਲ ਕੀਤਾ ਹੈ, ਖਤਮ ਨਹੀਂ ਕੀਤਾ ਮੋਰਚਾ, ਉਹ ਕਹਿੰਦੇ ਤੁਹਾਨੂੰ ਘਰ ਨੂੰ ਭੇਜ ਰਹੇ ਆ ਛੁੱਟੀ ਤੇ, ਤੁਸੀਂ ਫੌਜਾਂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਆਰਾਮ, ਆਪਣੇ ਆਪ ਨੂੰ ਰਿਲੈਕਸ ਕਰ ਲਓ, ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਅੱਗੇ ਵਧਾਉਂਦੇ ਹਾਂ, ਦਿੱਲੀ ਫਿਰ ਆਉਣਾ ਪੈਣਾ। ਲੇਕਿਨ ਮੈਨੂੰ ਲੱਗਦਾ ਵੀ ਇਹ ਛੋਟੀ ਲੜਾਈ ਜਿਹੜੀ ਥੋੜੀ ਦੇਰ ਦਾ ਵਿਰਾਮ ਹੈ, ਇਹ ਪੰਜਾਬ ਦੇ ਵਿੱਚ ਭੜਥੂ ਪਾਊਗਾ। ਜੇਕਰ ਅਨਾਉਂਸਮੈਂਟ ਹੋ ਜਾਂਦੀ ਆ 15 ਤੋਂ ਬਾਅਦ ਵੱਡੇ ਇਕੱਠ ਦੀ, ਤੇ ਚੋਣ ਜ਼ਾਬਤੇ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਚੋਣਾਂ ਸੰਬੰਧੀ ਕੋਈ ਪ੍ਰੋਗਰਾਮ ਜਾਰੀ ਕਰ ਦਿੰਦੀਆਂ ਕਿ ਕਿਸਾਨ ਮੋਰਚਾ ਇੱਥੇ ਡਟੂਗਾ, ਜਿਸ ਤਰ੍ਹਾਂ ਦੀਆਂ ਕਨਸੋਆਂ ਨੇ, ਤਾਂ ਫਿਰ ਸਿਆਸਤਾਂ ਲਈ ਉਹ ਰਾਹ ਲੱਭਣੇ ਔਖੇ ਹੋ ਜਾਣਗੇ। ਫਿਰ ਭੱਜਦਿਆਂ ਨੂੰ ਬਾਣ ਇੱਕੋ ਜੇ ਇੱਕ ਨਵੀਂ ਧਿਰ, ਵੱਡੀ ਧਿਰ ਖੜੀ ਹੋ ਜੂਗੀ। ਕੀ ਕਹਿੰਦੇ ਹੋ ਰੰਧਾਵਾ ਜੀ? ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ, ਔਰ ਅੰਦੋਲਨ ਦੇ 15-20 ਦਿਨ ਬਾਅਦ ਤੋਂ ਹੀ ਇਹ ਗੱਲਾਂ ਚੱਲਣੀ ਸ਼ੁਰੂ ਹੋ ਗਈ ਸੀ ਕਿ ਇਸ ਅੰਦੋਲਨ ਤੋਂ ਇੱਕ ਨਵੀਂ ਪੰਜਾਬ ਦੀ ਲੀਡਰਸ਼ਿਪ ਜਨਮ ਲਏਗੀ। ਉਹਦੇ ਉੱਤੇ ਲੀਡਰ ਭਾਵੇਂ ਇੱਕ ਦੂਜੇ ਦਾ ਵਿਰੋਧ ਕਰਦੇ ਰਹਿਣ, ਪਰ ਜਾਤੀ ਪੱਧਰ ਤੇ ਹਰ ਲੀਡਰ ਇਹ ਸਮਝਦਾ ਸੀਗਾ ਕਿ ਟਾਈਮ ਆ ਗਿਆ, ਸਾਨੂੰ ਪੋਲਿਟਿਕਸ ਵਿੱਚ ਆਉਣਾ ਚਾਹੀਦਾ ਹੈ। ਬਲਬੀਰ ਸਿੰਘ ਰਾਜੇਵਾਲ, ਉਹਨਾਂ ਦੇ ਬਾਰੇ 'ਚ ਕਈ ਵਾਰ ਗੱਲ ਉੱਠ ਚੁੱਕੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਕੈਂਡੀਡੇਟ ਹੋ ਸਕਦੇ ਨੇ, ਪਰ ਰਾਜੇਵਾਲ ਸਾਹਿਬ ਨੇ ਵੀ ਹਜੇ ਤੱਕ ਇਸ ਗੱਲ ਨੂੰ ਮਨਾ ਹੀ ਕੀਤਾ ਕਿ ਮੇਰੇ ਨਾਲ ਕੋਈ ਗੱਲਬਾਤ ਨਹੀਂ ਚੱਲਦੀ। ਰਾਜੇਵਾਲ ਸਾਹਿਬ ਦੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਨਜ਼ਦੀਕੀਆਂ, ਇਹ ਵੀ ਜਗ ਜ਼ਾਹਿਰ ਰਹਿੰਦੀ ਹੈ। ਇੱਥੇ ਤੱਕ ਕਿ ਅੱਜ ਇਹ ਅਫਵਾਹ ਹੈ ਕਿ ਸੱਚਾਈ ਹੈ, ਮੈਨੂੰ ਨਹੀਂ ਪਤਾ। ਕੱਲ ਕੁਝ ਵੱਡੇ ਕਿਸਾਨ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਸਿਸਮਾ ਫਾਰਮ ਦੇ ਵਿੱਚ ਲੰਚ ਤੇ ਜਾ ਸਕਦੇ ਨੇ, ਇੱਦਾਂ ਦੀ ਖਬਰਾਂ ਨਿਕਲ ਕੇ ਆ ਰਹੀ ਹੈ। ਔਰ ਜੇ ਕਿਤੇ ਕਿਸਾਨ ਆਗੂ ਕੈਪਟਨ ਅਮਰਿੰਦਰ ਸਿੰਘ ਔਰ ਭਾਜਪਾ ਦੇ ਪਲੇਟਫਾਰਮ ਤੇ ਨਜ਼ਰ ਆਉਂਦੇ ਨੇ, ਨਹੀਂ, ਮੈਂ ਤੁਹਾਨੂੰ ਰੋਕ ਲਾਂ। ਇਹ ਠੀਕ ਹੈ, ਇਹ ਖਬਰ ਹੋ ਸਕਦੀ ਹੈ, ਅਫਵਾਹ ਵੀ ਹੋ ਸਕਦੀ ਹੈ, ਇਹਦੇ ਚ ਕੁਝ ਸੱਚਾਈ ਵੀ ਹੋ ਸਕਦੀ, ਕੋਈ ਇੱਕ ਦੋ। ਲੇਕਿਨ ਜਿਸ ਤਰੀਕੇ ਨਾਲ ਬਲਬੀਰ ਸਿੰਘ ਰਾਜੇਵਾਲ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਅੱਜ ਬੀਜੇਪੀ ਦੇ ਖਿਲਾਫ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ, ਮੌਜੂਦਾ ਕੇਂਦਰ ਸਰਕਾਰ ਖਿਲਾਫ ਹਮਲਾ ਬੋਲਿਆ, ਜਿਸ ਤਰੀਕੇ ਨਾਲ ਇੱਕ ਇੱਕ ਪੁਆਇੰਟ ਤੇ ਉਹਨੂੰ ਕ੍ਰਿਟਿਸਾਈਜ਼ ਕੀਤਾ ਹੈ, ਔਰ ਇਹ ਕਿਹਾ ਕਿ ਵਿਰੋਧੀ ਪਾਰਟੀ ਤੇ ਕੋਈ ਰਹੀ ਨਹੀਂ, ਕਾਂਗਰਸ ਮਰ ਗਈ, ਦੂਜੇ ਆਪਸ ਵਿੱਚ ਲੜੀ ਜਾਂਦੇ ਆ, ਇਹਨਾਂ ਨੂੰ ਬਦਲਣਾ ਬੜਾ ਜ਼ਰੂਰੀ ਆ। ਮੈਨੂੰ ਲੱਗਦਾ ਭਾਜਪਾ ਨਾਲ ਅਜੇ ਗੱਲ ਕਿਸੇ ਵੀ ਪੱਧਰ ਤੇ ਮੁੱਕੀ ਨਹੀਂ, ਜਾਂ ਫਿਰ ਬਲਬੀਰ ਸਿੰਘ ਰਾਜੇਵਾਲ ਜਾਣਦੇ ਨੇ ਕਿ ਜੇ 0% ਵੀ ਭਾਜਪਾ ਨਾਲ ਖੜੇ ਨਜ਼ਰ ਆਏ ਤੇ ਲੋਕਾਂ ਕਹਿਣਾ ਇਹ ਤਾਂ ਗਦਾਰੀ ਕਰਕੇ ਆਏ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਸੰਭਾਵਨਾ ਸੰਯੁਕਤ ਕਿਸਾਨ ਮੋਰਚੇ ਜੀ ਲੱਗਦਾ ਤੇ ਮੈਨੂੰ ਵੀ ਨਹੀਂ ਹੈਗਾ, ਪਰ ਮੈਂ ਤੇ ਉਹ ਗੱਲ ਕਹਿ ਰਿਹਾ ਜਿਹੜੀ ਗੱਲ ਸੁਣੀ ਹੈ, ਉਸ ਗੱਲ ਦੀ ਹਜੇ ਅਸੀਂ ਕ੍ਰਾਸ ਚੈੱਕ ਕਰਨਾ ਸੀਗਾ, ਇਹਦੇ ਵਿੱਚ ਸੱਚਾਈ ਕਿੰਨੀ ਹੈ ਜਾਂ ਕਿੰਨੀ ਨਹੀਂ ਹੈਗੀ। ਮੈਂ ਤੁਹਾਨੂੰ ਵੀ ਕਿਹਾ ਸੀਗਾ ਕਿ ਇਦਾਂ ਦੀ ਖਬਰਾਂ ਆ ਰਹੀਆਂ। ਹੁਣ ਗੱਲ ਕਰੀਏ ਦਿੱਲੀ ਜਾਣ ਤੋਂ ਪਹਿਲੇ, ਆ ਜਿਹੜੀ ਪੰਜਾਬ ਦੀ 32 ਕਿਸਾਨ ਜਥੇਬੰਦੀਆਂ, ਤੁਹਾਨੂੰ ਪਤਾ ਹੈ ਕਿ ਸਾਰੀ ਵੱਖਰੀ ਵੱਖਰੀ ਸੀ, ਇੱਕ ਦੂਜੇ ਨਾਲ ਸਟੇਜ ਸਾਂਝਾ ਕਰਨ ਦੀ ਤੇ ਦੂਰ ਦੀ ਗੱਲ ਹੈਗੀ ਹੈ, ਇੱਕ ਦੂਜੇ ਨਾਲ ਕਦੀ ਸਿਰ ਜੋੜ ਕੇ ਬੈਠੇ ਤੱਕ ਨਹੀਂ। ਪਰ ਇਸ 1 ਸਾਲ ਤੋਂ ਵੱਧ ਦੇ ਅੰਦੋਲਨ ਨੇ ਇਹਨਾਂ ਨੂੰ ਬੜੀ ਮੁਸ਼ਕਿਲ ਇਕੱਠੇ ਕੀਤਾ ਹੈ। ਹਾਲਾਂਕਿ ਉਗਰਾਹਾਂ ਉਹਨਾਂ ਜਿਨ੍ਹਾਂ ਦੀ ਜਥੇਬੰਦੀ ਦੀ ਫੋਲੋਇੰਗ ਜਾਂ ਉਹਨਾਂ ਦੇ ਮੈਂਬਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੇ, ਉਹਨਾਂ ਨੇ ਤੇ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਣ ਦਾ ਫੈਸਲਾ ਉਸ ਸਟੇਜ ਤੋਂ ਹੀ ਅਨਾਉਂਸ ਕਰਤਾ ਸੀਗਾ। ਪਰ ਹਜੇ ਜਿਹੜੀ ਹੋਰ ਜਥੇਬੰਦੀ ਹੈ, ਖਾਸ ਕਰਕੇ ਜੇ ਦੁਆਬਾ ਦੀ ਗੱਲ ਕਰੀਏ ਤਾਂ ਹਰਮੀਤ ਕਾਦੀਆ ਉਹਨਾਂ ਦਾ ਜਿਹੜਾ ਕਿਸਾਨ ਯੂਨੀਅਨ ਹੈਗੀ ਹੈ, ਉਹ ਦੁਆਬੇ ਦੇ ਵਿੱਚ ਬੜੀ ਜ਼ਬਰਦਸਤ ਫੋਲੋਇੰਗ ਹੈਗੀ ਹੈ। ਰਾਜੇਵਾਲ ਉਹਨਾਂ ਵੀ ਇੱਕ ਸੂਝਵਾਨ ਲੀਡਰ ਵਜੋਂ ਉਭਰੇ ਨੇ। ਹੁਣ ਅਗਰ ਆਪਣੀ ਇੰਡੀਪੈਂਡੈਂਸ ਨੂੰ, ਆਪਣੀ ਹੋਂਦ ਨੂੰ, ਆਪਣੇ ਵੱਡੇ ਹੋਏ ਕੱਦ ਨੂੰ ਜੇ ਪੰਜਾਬ ਵਾਪਸ ਆ ਕੇ ਉਹ ਇਸ ਕੱਦ ਨੂੰ ਸੰਭਾਲ ਲੈਂਦੇ ਨੇ ਤੇ ਉਹਨਾਂ ਦਾ ਫਿਊਚਰ ਪੋਲਿਟਿਕਸ ਦੇ ਵਿੱਚ ਵੀ ਔਰ ਕਿਸਾਨੀ ਸਟੇਜਾਂ ਤੋਂ ਵੀ ਬਹੁਤ ਵੱਡਾ ਹੋ ਸਕਦਾ ਹੈ। ਪਰ ਉਹਦੇ ਵਾਸਤੇ ਸਭ ਤੋਂ ਇੰਪੋਰਟੈਂਟ ਇਹੀ ਹੈ ਕਿ ਜੇ ਤੁਸੀਂ ਕਿਸੇ ਦੀ ਧਿਰ ਬਣ ਜਾਂਦੇ,
ਔਰ ਕਿਸੇ ਪੋਲੀਟੀਕਲ ਪਾਰਟੀ ਦੀ ਸਟੇਜ ਤੋਂ ਕਿਸੇ ਦੇ ਖਿਲਾਫ ਗੱਲ ਕਰਦੇ ਹੋ ਤੇ ਤੁਹਾਡਾ ਉਹ ਸਟੇਚਰ ਨਹੀਂ ਰਹਿਣਾ। ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਪਹਿਲੇ ਵੀ ਇਹ ਗੱਲ ਕਹਿ ਚੁੱਕੇ ਹਾਂ ਕਿ ਜੇ ਵਾਕਈ ਕਿਸਾਨ ਆਗੂ ਕਿਸਾਨੀ ਦਾ ਭਲਾ ਚਾਹੁੰਦੇ ਨੇ ਤੇ ਇਸ ਟਾਈਮ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਧਿਰ ਨਾ ਬਣਨ ਔਰ ਇੰਡੀਪੈਂਡੈਂਟ ਯੂਨਾਈਟਿਡ ਵੇ ਨਾਲ ਉਹ ਹੋਰ ਵੀ ਪੰਜਾਬ ਦੇ ਮਸਲਿਆਂ ਦਾ, ਕਿਸਾਨਾਂ ਦੇ ਮਸਲਿਆਂ ਦਾ ਹੱਲ ਕਿਸੇ ਵੀ ਸਰਕਾਰ ਤੋਂ ਕਰਾ ਸਕਦੇ ਨੇ। ਸਰਕਾਰ ਦੇ ਵਿੱਚ ਇਨਵੋਲਵ ਹੋ ਕੇ ਤੁਸੀਂ ਬਹੁਤਾ ਕਿਸਾਨਾਂ ਦਾ ਸੁਧਾਰ ਜਾਂ ਵਿਕਾਸ ਨਹੀਂ ਕਰ ਸਕਦੇ। ਜੇ ਯੂਨਾਈਟਿਡ ਰਹਿੰਦੇ ਹੋ ਇੱਕ ਪਲੇਟਫਾਰਮ ਤੇ ਤੁਹਾਡੇ ਸਾਹਮਣੇ ਸਾਰੀ ਪੋਲੀਟੀਕਲ ਪਾਰਟੀਆਂ ਆਪ ਆਉਣਗੀਆਂ ਔਰ ਤੁਹਾਡੀ ਗੱਲਾਂ ਨੂੰ ਨਾ ਕੇਵਲ ਵਿਚਾਰਨਗੀਆਂ ਬਲਕਿ ਉਹਦੇ ਸੋਲੂਸ਼ਨ ਵੀ ਲੱਭ ਕੇ ਉਸ ਸੋਲੂਸ਼ਨ ਨੂੰ ਕਰਨ ਦਾ ਇੱਕ ਤੁਹਾਨੂੰ ਵਾਅਦਾ ਵੀ ਕਰ ਸਕਦੀਆਂ। ਪਰ ਦੇਖੋ, ਕਿਉਂਕਿ ਸਾਰੇ ਇੰਡੀਵਿਜੂਅਲ, ਜਿੱਦਾਂ ਅਸੀਂ ਪਹਿਲੇ ਕਿਹਾ ਕਿ ਬਾਰਡਰ ਜਾਣ ਤੋਂ ਪਹਿਲੇ ਇਹ ਸਾਰੇ ਵੱਖਰੇ ਵੱਖਰੇ ਸੀਗੇ, ਕਿ ਬਾਰਡਰ ਤੋਂ ਆਉਣ ਤੋਂ ਬਾਅਦ ਇਹ ਯੂਨਾਈਟਿਡ ਨਜ਼ਰ ਆਉਣਗੇ ਕਿ ਵੱਖਰੇ ਵੱਖਰੇ ਨਜ਼ਰ ਆਉਣਗੇ। ਹਾਲਾਂਕਿ ਬੜਾ ਮੁਸ਼ਕਿਲ ਹੈ ਯੂਨਾਈਟਿਡ ਰਹਿਣਾ, ਪਰ ਅਗਰ ਇਸ ਮੁਸ਼ਕਿਲ ਚੀਜ਼ ਨੂੰ ਕਰਨ ਦੇ ਵਿੱਚ ਉਹ ਕਾਮਯਾਬ ਹੁੰਦੇ ਨੇ ਤੇ ਇਹਦੇ ਵਿੱਚ ਉਹਨਾਂ ਦਾ ਤੇ ਕਿਸਾਨੀ ਦਾ ਵੀ ਭਲਾ ਹੈਗਾ। ਠੀਕ ਹੈ ਭਾਸਕਰ ਸਾਹਿਬ, ਤੁਹਾਡੀ ਗੱਲ ਪ੍ਰੈਸ਼ਰ ਗਰੁੱਪ ਆਪਣੇ ਆਪ ਦੇ ਵਿੱਚ ਹੀ ਇਹਨਾਂ ਨੇ ਸਾਬਤ ਕਰਤਾ ਹੈ ਕਿ ਜੇ ਅਸੀਂ ਨਿੱਠ ਕੇ ਖੜਾਂਗੇ ਤਾਂ ਕੋਈ ਸਰਕਾਰ ਸਾਡੇ ਅੱਗੇ ਕੱਖ ਨਹੀਂ। ਔਰ ਇਹ ਸੱਚੀ ਗੱਲ ਆ ਕਿ ਸਰਕਾਰਾਂ ਹੁਣ ਡਰਨ ਲੱਗ ਗਈਆਂ ਇਹਨਾਂ ਤੋਂ। ਪੰਜਾਬ ਵਾਲੇ ਤਾਂ ਵੈਸੇ ਹੀ, ਕੈਪਟਨ ਅਮਰਿੰਦਰ ਸਿੰਘ ਹੀ ਬੜੇ ਚਾਲੂ ਸੀ, ਬਾਦਲ ਕੇ ਬੜੇ ਚਾਲੂ ਆ, ਹੁਣ ਵਾਲੀ ਸਰਕਾਰ ਤੇ ਵੈਸੇ ਹੀ ਅੱਗੇ ਅੱਗੇ ਭੱਜੀ ਫਿਰਦੀ ਵੀ ਤੁਸੀਂ ਲਿਆਓ ਸਹੀ, ਲਿਆਉਂਦੇ ਕਿ ਅਸੀਂ ਹੁਣੇ ਐਲਾਨ ਕਰਨ ਨੂੰ ਤਿਆਰ ਆ, ਉਹਦੇ ਲਈ ਪੈਸੇ ਹੋਣ ਭਾਵੇਂ ਨਾ ਹੋਣ। ਲੇਕਿਨ ਇਹਦੇ ਨਾਲ ਨਾਲ ਇੱਕ ਬਹੁਤ ਅਹਿਮ ਸਵਾਲ ਇਹ ਵੀ ਆ ਕਿ ਜਿਨ੍ਹਾਂ ਦੇ ਕੱਦ ਬੜੇ ਵੱਡੇ ਹੋ ਗਏ ਆਗੂਆਂ ਦੇ, ਜਿਨ੍ਹਾਂ ਦੇ ਕੱਦ ਅਸਮਾਨ ਛੂਹਣ ਲੱਗੇ, ਉਹਨਾਂ ਦੇ ਅੰਦਰ ਵੀ ਤੇ ਲੂਰੀਆਂ ਉੱਠਦੀਆਂ ਹੋਣਗੀਆਂ ਨਾ ਕਿ ਹੁਣ ਇਹਨੂੰ ਇਨਕੈਸ਼ ਕਰ ਲਈਏ। ਅਗਲੀ ਇਲੈਕਸ਼ਨ 5 ਸਾਲ ਬਾਅਦ ਆਉਣੀ ਆ। ਕਈਆਂ ਦੇ ਮਨ ਦੇ ਵਿੱਚ ਲੱਡੂ ਫੁੱਟਦੇ ਹੋਣੇ ਆ ਕਿ ਇਹ ਮੌਕਾ ਜੇ ਹੱਥੋਂ ਚਲੇ ਗਿਆ ਫਿਰ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਇਹ ਕੱਦ ਤਾਂ ਹੌਲੀ ਹੌਲੀ ਅੰਦੋਲਨਾਂ ਦੇ ਨਾਲ ਘਟਣੇ ਵੀ ਸ਼ੁਰੂ ਹੋ ਜਾਂਦੇ ਆ, ਇਹਨਾਂ ਚੋਂ ਇੱਕ ਦੋ ਲੋਕ ਹੀ ਨਿਕਲਦੇ ਹੁੰਦੇ ਆ। ਲੇਕਿਨ ਇਹ ਵੀ ਸਵਾਲ ਆ ਕਿ ਇਹਨਾਂ ਦੇ ਵਿੱਚ ਪ੍ਰੈਸ਼ਰ ਅੰਦਰ ਖਾਤੇ ਜਦੋਂ ਬੈਠਣਗੇ ਰਹੂਗਾ ਕਿ ਕੋਈ ਨਾ ਕੋਈ ਇਹਨੂੰ ਪੰਜਾਬ ਦੀ ਰਾਜਨੀਤੀ ਵਿੱਚ ਵਰਤ ਲਿਆ ਜਾਵੇ ਆਪਣੇ ਸਾਰਿਆਂ ਦਾ ਜਿੰਨਾ ਭਰਮ ਭਾਵ ਬਣਿਆ। ਮੈਂ ਇਹਦੇ ਨਾਲ ਨਾਲ ਇੱਕ ਹੋਰ ਗੱਲ ਜਿਹੜੀ ਰਹਿ ਗਈ ਉਹ ਕਰਨੀ ਚਾਹੂੰਗਾ। ਸੁੱਚਾ ਸਿੰਘ ਛੋਟੇਪੁਰ ਨੇ ਇੱਕ ਗੱਲ ਬੜੀ ਅਹਿਮ ਕਹੀ ਹੈ ਔਰ ਅਕਾਲੀ ਦਲ ਉਸੇ ਨੈਰੇਟਿਵ ਤੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀਆਂ ਕੇਂਦਰ ਤੋਂ ਪ੍ਰਯੋਜਿਤ ਪਾਰਟੀਆਂ ਨੇ, ਭਾਵੇਂ ਆਮ ਆਦਮੀ ਆ, ਭਾਵੇਂ ਕਾਂਗਰਸ ਆ, ਭਾਵੇਂ ਬੀਜੇਪੀ ਆ, ਉਹ ਤਾਂ ਇੱਕ ਛੋਟੇ ਤੋਂ ਛੋਟੇ ਫੈਸਲੇ ਲਈ ਵੀ ਆਪਣੇ ਦਿੱਲੀ ਵੱਲ ਨੂੰ ਵੇਖਦੀਆਂ। ਹੁਣ ਟਵੀਟ ਦੇ ਉੱਤੇ ਖਹਿਰਾ ਨੂੰ ਲਾਤਾ ਗਿਆ ਐਲਓਪੀ। ਜੇਕਰ ਫੂਲਕਾ ਦੀ ਹਾਲਤ ਦੇਖੀਏ, ਜੇਕਰ ਛੋਟੇਪੁਰ ਦੀ ਦੇਖੀਏ, ਜੇਕਰ ਇਧਰਲੇ ਪਾਸੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਖੋ ਕਿ ਲਗਭਗ 24-25 ਘੰਟਿਆਂ ਦੇ ਵਿੱਚ ਹੀ ਉਹਨਾਂ ਨੂੰ ਲਾਤਾ ਗਿਆ। ਜੇਕਰ ਤੁਸੀਂ ਬਾਕੀ ਮੌਕਿਆਂ ਤੇ ਵੀ ਦੇਖੋ ਕਿ ਇੱਕ ਛੋਟੇ ਤੋਂ ਛੋਟੇ ਤਹਿਸੀਲਦਾਰ ਤੱਕ ਦੀ ਅਪਾਇੰਟਮੈਂਟ ਲਈ ਉੱਪਰੋਂ ਅਪਰੂਵਲ ਲੈਣੀ ਪੈਂਦੀ ਆ, ਇੱਕ ਜੁਆਇੰਟ ਸੈਕਟਰੀ ਸੰਗਠਨ ਚਲਾਉਣ ਲਈ ਲੈਣੀ ਪੈਂਦੀ ਆ, ਇੱਕ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਲੈਣ ਲਈ ਉੱਤੇ ਵੇਖਣਾ ਪੈਂਦਾ। ਸੋ ਇਹ ਗੱਲ ਉੱਥੋਂ ਉਭਾਰੀ ਗਈ ਕਿ ਇੱਥੋਂ ਦੇ ਮਸਲੇ ਇੱਥੋਂ ਦੀ ਖੇਤਰੀ ਪਾਰਟੀ ਕਰ ਸਕਦੀ ਹੈ, ਇੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਇੱਥੋਂ ਦੇ ਲੋਕਲ ਲੀਡਰ ਜਿਹੜੇ ਫੈਸਲੇ ਲੈਣ ਉਹੀ ਕਰ ਸਕਦੇ ਆ। ਇਹ ਸਵਾਲ ਬਿਲਕੁਲ ਜਾਇਜ਼ ਆ, ਲੇਕਿਨ ਇਹ ਵੀ ਸਵਾਲ ਸਮਾਨਾਂਤਰ ਉੱਠ ਪੈਂਦੇ ਆ ਕਿ ਇਹ ਵੀ ਤਾਂ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਵਰਗੀ ਸਥਾਨਕ ਪਾਰਟੀ, ਲੋਕਲ ਪਾਰਟੀ, ਖੇਤਰੀ ਪਾਰਟੀ ਜਿਹੜੀ ਹੈ ਉਹ ਵੀ ਤਾਂ ਇੱਕ ਪਰਿਵਾਰ ਚੋਂ ਹੀ ਫੈਸਲੇ ਹੁੰਦੇ ਆ, ਉਹਦਾ ਤਾਂ ਪੂਰਾ ਕੇਂਦਰੀਕਰਨ ਆ। ਉੱਥੇ ਤੇ ਫਿਰ ਦਿੱਲੀ ਦੇ ਵਿੱਚ ਕੁਝ ਲੀਡਰਸ ਦਾ ਗਰੁੱਪ ਹੋਊਗਾ, ਸਮੂਹ ਹੋਊਗਾ, ਲੇਕਿਨ ਜਦੋਂ ਇੱਥੇ ਦੇਖਿਆ ਜਾਂਦਾ ਤੇ ਫਿਰ ਤਾਂ ਇੱਥੇ ਪਰਿਵਾਰ ਹੀ ਫੈਸਲੇ ਕਰਦਾ। ਸੋ ਇਹ ਦਵੰਦ ਨੇ, ਇਹ ਦੁਬਦਾਵਾਂ ਨੇ, ਇਹ ਕੰਟਰੋਵਰਸੀਜ਼ ਨੇ, ਇਹ ਡਿਬੇਟਸ ਨੇ, ਇਹ ਸਾਰਾ ਕੁਝ ਹੈ, ਚੱਲਦਾ ਹੀ ਰਹਿਣਾ। ਆਪਾਂ ਵੀ ਚੱਲਦੇ ਰਹਿਣਾ ਜੀ। ਕੱਲ ਤੱਕ ਲਈ ਆਪਾਂ ਹੁਣ ਵਿਰਾਮ ਦੇ ਦਿੰਦੇ ਜੀ ਗੱਲਬਾਤ। ਬਹੁਤ ਮਿਹਰਬਾਨੀ ਭਾਸਕਰ ਸਾਹਿਬ। ਧੰਨਵਾਦ ਜੀ।